ਤਾਰ ਹੁੰਦਲ ਸਾਹਿਬ ਨੇ ਉਹ ਦਿਲੋਂ ਸਪੋਰਟ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਹੜਾ ਉਹਨਾਂ ਨੂੰ ਲਾਲਚ ਦਿੱਤਾ ਗਿਆ ਹੈ। ਉਹ 3 ਸਾਲਾਂ 'ਚ ਨਹੀਂ ਕਰ ਸਕਿਆ ਤੇ ਅੱਗੇ 2 ਸਾਲਾਂ 'ਚ ਉਹ ਕੀ ਕਰੇਗਾ। ਤੇ ਜਦੋਂ ਪੈਟਰੋਲ ਵਧਣਾ ਹੈ ਤੇ ਫਿਰ ਜ਼ਾਹਰ ਗੱਲ ਮਹਿੰਗਾਈ ਤੇ ਆਟੋਮੈਟਿਕ ਵੱਧ ਜਾਣੀ ਹੈ। ਇਹ ਹੁਣ ਉਹਨੇ ਸੜਕਾਂ ਤੇ ਜਾਲ ਵਿਛਾ ਦਿੱਤੇ ਸਨ। ਮੋਟਰਵੇ ਸਾਡੇ ਸਿਆਲਕੋਟ ਤੋਂ ਲਾਹੌਰ ਠੀਕ ਉਹਨੇ ਕਿਹਾ ਕਿ ਕੋਈ ਗਰੀਬ ਰਹੇਗਾ ਹੀ ਨਾ, ਸਭ ਨੂੰ ਮਾਰ ਦਿਆਂਗਾ। ਹਰ ਬੰਦਾ ਨੂਨ ਦੇ ਨਾਲ ਹੈ। ਸਾਨੂੰ ਕੋਈ ਬੰਦਾ ਵੀ ਪੀਟੀਆਈ ਦਾ ਟੁੱਟਦਾ ਨਜ਼ਰ ਨਹੀਂ ਆਇਆ ਕਿ ਜਿਹੜਾ ਜਿੱਤਿਆ ਹੋਵੇ ਤੇ ਚੇਅਰਮੈਨ ਹੋਏ ਜਾਂ ਮੈਂਬਰ ਹੋਏ ਉਹਨੇ ਪੀਟੀਆਈ ਦਾ ਐਲਾਨ ਕੀਤਾ ਹੋਵੇ। ਤਾਰਕ ਸਭਾਨੀ ਜਿਹੜਾ ਉਹ ਵੀ ਯੰਗ ਹੈ, ਲੇਕਿਨ ਇਹਨੂੰ ਫਿਰ ਵੀ ਤਜਰਬਾ ਅੱਗੇ ਐਮਪੀਏ ਰਹਿ ਚੁੱਕਿਆ। ਜਾਂ ਸਈਦ ਭੱਲੀ ਨੂੰ ਜਿਹੜੇ ਪੈਸੇ ਨੇ, ਸਈਦ ਭੱਲੀ ਵੀ ਕੋਈ ਐਸੀ ਨਜ਼ਰ ਸਾਨੂੰ ਨਹੀਂ ਆਇਆ ਇਸ ਹਲਕੇ 'ਚ ਕਿ ਫਿਰ ਕੇ ਵੋਟ ਮੰਗਦਾ ਹੋਵੇ। ਆਰ ਦੇ ਤੌਰ 'ਤੇ ਜਨਾਬ ਲੋਕਾਂ ਨੂੰ ਮੰਗਿਆ ਜਾਂਦਾ, ਕਿਹਾ ਜਾਂਦਾ ਕਿ ਵੋਟ ਠੀਕ ਹੈ, ਦੇਣਾ ਦਿਓ, ਨਹੀਂ ਦੇਣਾ ਨਾ ਦਿਓ। ਸਿਆਲਕੋਟ 'ਚ ਅਕਸਰੀਅਤ ਨਾਲ ਨੂਨ ਪਸੰਦ ਕੀਤਾ ਜਾਂਦਾ ਹੈ। ਪੀਟੀਆਈ ਦਾ ਇੱਥੇ ਨਾਮੋ ਨਿਸ਼ਾਨ ਨਹੀਂ ਹੈ ਤੇ ਚੰਦ ਦਿਨਾਂ ਦੇ ਮਹਿਮਾਨ ਨੇ। ਅਸੀਂ ਹੁਣ ਇਸ ਵੇਲੇ ਇੰਨੇ ਕੁ ਬਿਜਲੀ ਤੋਂ ਤੰਗ ਪਏ ਆ ਜਿਹਦਾ ਸ਼ੁਮਾਰ ਨਹੀਂ। ਤੇ ਫਿਰ ਇਹਦਾ ਅਸੀਂ ਤਾਂ ਇਹ ਸਮਝਦੇ ਕਿ ਵਜ਼ੀਰ ਆਜ਼ਮ ਕਰਪਟ ਹੈ ਜਿਹਦੀ ਵਜ੍ਹਾ ਤੋਂ ਮਹਿੰਗਾਈ ਵੱਧਦੀ ਹੈ। ਇਹ 3 ਵਾਰਾਂ ਰੋਡ ਮਨਜ਼ੂਰ ਹੋ चुका, 3 वारा भी आज तक मुकम्मल नहीं हो सका। अस्सलाम वालेकुम नाज़रीन, HR न्यूज़ के साथ मैं हूं असदुर रहमान और इस वक्त मैं मौजूद हूं हल्का PP 38 में, जहां पर 28 जुलाई को दोबारा इलेक्शन हो रहे हैं। हम हल्के में निकले हैं और आवाम के व्यू जानने की कोशिश कर रहे हैं कि इस इलेक्शन में कौन किस सियासी जमात को सपोर्ट कर रहा है। इस वक्त मेरे साथ एक साहब मौजूद हैं, हम उनसे बात करते हैं और उनकी राय लेने की कोशिश करते हैं। अस्सलाम वालेकुम जी वालेकुम सलाम। जी मोहतरम, ਤੁਹਾਡੇ ਇਸ ਹਲਕੇ ਦੇ ਅੰਦਰ 28 ਤਰੀਕ ਨੂੰ ਦੁਬਾਰਾ ਇਲੈਕਸ਼ਨ ਹੋ ਰਿਹਾ ਹੈ ਤੇ ਤੁਸੀਂ ਕਿਸ ਸਿਆਸੀ ਜਮਾਤ ਨੂੰ ਸਪੋਰਟ ਕਰ ਰਹੇ ਹੋ? ਨੂਨ ਨੂੰ। ਉਹਦੀ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ 3 ਸਾਲ 'ਚ ਇੰਨੀ ਕੁ ਮਹਿੰਗਾਈ ਹੋ ਗਈ ਹੈ, ਪੈਟਰੋਲ ਮਹਿੰਗਾ ਹੋ ਗਿਆ, ਘੀ ਹਰ ਜ਼ਰੂਰੀਅਤ ਗਰੀਬ ਆਦਮੀ ਦਾ ਜੀਣਾ ਹਰਾਮ ਹੋ ਗਿਆ। ਇਸ ਵਾਸਤੇ ਨੂਨ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਅੱਗੇ ਵੀ ਇਹ ਸੀਟ ਨੂਨ ਨੇ ਜਿੱਤੀ ਹੈ ਤੇ ਇਨਸ਼ਾਅੱਲਾ ਐਤਕਾਂ ਵੀ ਨੂਨ ਹੀ ਜਿੱਤੇਗੀ। ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ 3 ਸਾਲ ਦੀ ਹੁਕੂਮਤ PTI ਦੀ ਇਹਦੇ ਅੰਦਰ ਹਰ ਜਿਹੜੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਹੋ ਗਈਆਂ ਨੇ, ਲੇਕਿਨ ਜਿਹੜੀ ਹੁਕੂਮਤ ਦੇ ਜਿਹੜੇ ਵਜ਼ਰਾ ਨੇ ਜਾਂ ਵਜ਼ੀਰ ਆਜ਼ਮ ਦਾ ਇਹ ਕਹਿਣਾ ਹੈ ਕਿ ਜਿਹੜੇ ਪਹਿਲਾਂ ਤੋਂ ਨੂਨ ਲੀਗ ਦੀ ਹੁਕੂਮਤ ਸੀ ਜਾਂ ਪੀਪਲ ਪਾਰਟੀ ਦੀ ਹੁਕੂਮਤ ਸੀ ਉਹਨਾਂ ਦੀ ਵਜ੍ਹਾ ਤੋਂ ਜਿਹੜੀ ਹੈ ਮਹਿੰਗਾਈ ਹੁਣ ਵੀ ਹੋ ਰਹੀ ਹੈ, ਉਹਨਾਂ ਨੇ ਮੁਲਕ ਨੂੰ ਲੁੱਟਿਆ। ਨਹੀਂ ਇਹ ਤਾਂ ਗਲਤ ਗੱਲ ਹੈ ਨਾ। ਵੇਖੋ ਨਾ, ਹੁਣ ਪੈਟਰੋਲ ਬਜਟ ਦੇ ਵਿੱਚ ਰਿਆਤ ਕੀਤਾ ਹੈ ਤੇ ਨਾਲ ਹੀ ਅੱਜ ਫਿਰ ਪੈਟਰੋਲ 3 ਦਿਨ ਹੋ ਗਏ ਫਿਰ ਵੱਧ ਗਿਆ, 5-7 ਰੁਪਏ ਪੈਟਰੋਲ ਵੱਧ ਗਿਆ। ਤੇ ਜਦੋਂ ਪੈਟਰੋਲ ਵਧਣਾ ਹੈ ਤੇ ਫਿਰ ਜ਼ਾਹਰ ਗੱਲ ਮਹਿੰਗਾਈ ਤੇ ਆਟੋਮੈਟਿਕ ਵੱਧ ਜਾਣੀ ਹੈ। ਤੇ ਆਪਣਾ ਇਮਰਾਨ ਖਾਨ ਦਾ ਕਹਿਣਾ ਸੀ ਕਿ ਜਿਸ ਮਹਿੰਗਾਈ ਵਧੇ ਉਹ ਵਜ਼ੀਰ ਆਜ਼ਮ ਕਰਪਟ ਹੈ ਤੇ ਫਿਰ ਇਹਦਾ ਅਸੀਂ ਤਾਂ ਇਹ ਸਮਝਦੇ ਕਿ ਵਜ਼ੀਰ ਆਜ਼ਮ ਕਰਪਟ ਹੈ ਜਿਹਦੀ ਵਜ੍ਹਾ ਤੋਂ ਮਹਿੰਗਾਈ ਵੱਧਦੀ ਹੈ। ਸਾਡੇ ਖਿਆਲ ਦੇ ਮੁਤਾਬਕ ਨੂਨ ਲੀਗ ਦਾ ਬੱਲਾ ਬਾੜੀ ਹੈ। ਉਹਦੀ ਵਜ੍ਹਾ ਕੀ? ਹਾਂਜੀ, ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਵੇ ਕਿ ਨੂਨ ਲੀਗ ਨੇ ਬੜੇ ਕੰਮ ਕਰਾਏ ਨੇ, ਬਹੁਤ ਜ਼ਿਆਦਾ ਕੰਮ ਕਰਾਏ ਨੇ ਕਿ ਹੱਦ ਤੋਂ ਜ਼ਿਆਦਾ। ਅਸੀਂ ਹੁਣ ਇਸ ਵੇਲੇ ਇੰਨੇ ਕੁ ਬਿਜਲੀ ਤੋਂ ਤੰਗ ਪਏ ਆ ਜਿਹਦਾ ਸ਼ੁਮਾਰ ਨਹੀਂ। ਅਸੀਂ ਕਾਰੋਬਾਰੀ ਬੰਦੇ ਆ, ਸਾਡਾ ਕਾਰੋਬਾਰ ਗਲਵਜ਼ਾਂ ਦਾ। ਅਸੀਂ ਅੱਜ ਸਵੇਰ ਤੋਂ ਲੈ ਕੇ 3 ਵਜੇ ਤੱਕ 1 ਮਿੰਟ ਬਿਜਲੀ ਨਹੀਂ ਆਈ, 1 ਮਿੰਟ। ਠੀਕ ਹੈ। ਹਾਂਜੀ, ਤੇ ਅਸੀਂ ਏਡੇ ਕੁ ਪਰੇਸ਼ਾਨ ਆ ਜਿਹਦਾ ਸ਼ੁਮਾਰ ਨਹੀਂ। ਮਹਿੰਗਾਈ ਨੇ ਲੱਕ ਤੋੜ ਦਿੱਤਾ। ਮਜ਼ਦੂਰ ਬੰਦਾ ਜਿਹੜਾ ਉਹ ਵਕਤ ਮਸਾਂ ਮਰ ਕੇ ਪਾਸ ਪਿਆ ਕਰਦਾ, ਕੀ ਕਰੀਏ? ਨਹੀਂ, ਲੇਕਿਨ ਖਾਨ ਸਾਹਿਬ ਇਹ ਕਹਿੰਦੇ ਨੇ ਕਿ ਭਈਆ ਜਿਹੜੇ ਹਨ ਨਾ ਪਹਿਲੇ ਜਿਨ੍ਹਾਂ ਹੁਕੂਮਤ ਕੀਤੀ ਉਹ ਕਰਪਟ ਸਨ, ਉਹਨਾਂ ਦੀ ਵਜ੍ਹਾ ਤੋਂ ਹੁਣ ਅਸਰ ਹੋ ਰਿਹਾ। ਨਹੀਂ ਇਹ ਤਾਂ ਗੱਲ ਗਲਤ ਹੈ ਨਾ। ਦੇਖੋ ਨਾ, ਹੁਣ 3 ਸਾਲਾਂ 'ਚ ਕੋਈ ਕਾਰਕਰਦਗੀ ਨਹੀਂ। ਇਹ 3 ਵਾਰਾ ਰੋਡ ਮਨਜ਼ੂਰ ਹੋ ਚੁੱਕਿਆ, 3 ਵਾਰਾਂ ਵੀ ਅੱਜ ਤੱਕ ਮੁਕੰਮਲ ਨਹੀਂ ਹੋ ਸਕਿਆ। ਅੱਛਾ, ਅਸੀਂ ਇਸ ਹਲਕੇ ਦੀ ਬਾਤ ਕਰਨੇ ਆ PP 38 ਦੀ, ਤੇ ਇਸ ਹਲਕੇ ਦੇ ਅੰਦਰ ਤੁਹਾਨੂੰ ਲੱਗਦਾ ਹੈ ਕਿ ਨੂਨ ਲੀਗ ਦੁਬਾਰਾ ਤੋਂ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਏਗੀ? ਜੀ ਇਨਸ਼ਾਅੱਲਾ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਹਰ ਯੂਨੀਅਨ ਕੌਂਸਲ ਦੇ ਚੇਅਰਮੈਨ ਤੋਂ ਮੈਂਬਰ ਤੋਂ ਲੈ ਕੇ ਜਿਹੜਾ ਜੇ ਵੀ ਬੰਦਾ ਸਿਆਸੀ ਹੈ ਨਾ, ਹਰ ਬੰਦਾ ਨੂਨ ਦੇ ਨਾਲ ਹੈ। ਸਾਨੂੰ ਕੋਈ ਬੰਦਾ ਵੀ PTI ਦਾ ਟੁੱਟਦਾ ਨਜ਼ਰ ਨਹੀਂ ਆਇਆ ਕਿ ਜਿਹੜਾ ਜਿੱਤਿਆ ਹੋਵੇ ਤੇ ਚੇਅਰਮੈਨ ਹੋਏ ਜਾਂ ਮੈਂਬਰ ਹੋਏ ਉਹਨੇ PTI ਦਾ ਐਲਾਨ ਕੀਤਾ ਹੋਵੇ। PTI ਦੇ ਲੋਕ ਐਲਾਨ ਬਾਰ-ਬਾਰ ਕਰ ਰਹੇ ਨੇ, ਹਰ ਪਿੰਡ 'ਚ ਜਮਾਤਾਂ ਕਰ ਰਹੀਆਂ ਨੇ ਕਿ ਅਸੀਂ ਨੂਨ ਨੂੰ ਵੋਟ ਦੇਣਾ ਹੈ। ਅੱਛਾ, ਲੇਕਿਨ ਅਸੀਂ ਦੂਸਰੀ ਸਾਈਡ ਤੇ ਦੇਖਦੇ ਪਏ ਹਾਂ ਕਿ ਜਿਵੇਂ ਤਾਹਰ ਹੁੰਦਲ ਸਾਹਿਬ ਨੇ, ਉਹਨਾਂ ਦੇ ਨਾਲ ਸਈਦ ਅਹਿਮਦ ਬੱਲੀ ਸਾਹਿਬ ਨੇ, ਉਹਨਾਂ ਨੇ ਵੀ SN ਸਲੀਮ ਬਰਿਆਰਦੀ ਨੂੰ ਸਪੋਰਟ ਕਰ ਦਿੱਤੀ ਹੈ। ਉਹਨਾਂ ਦੇ ਨਾਲ ਮਿਲ ਕੇ ਜਲਸੇ ਵੀ ਕਰਦੇ ਪਏ ਨੇ ਤੇ ਉਹਨਾਂ ਦਾ ਇਹ ਕਹਿਣਾ ਵਾ ਕਿ ਅਸੀਂ ਨੂਨ ਲੀਗ ਤੋਂ ਇਹ ਸੀਟ ਜਿਹੜੀ ਹੈ ਨਾ ਇਸ ਇਲੈਕਸ਼ਨ ਦੇ ਅੰਦਰ ਵਿਨ ਕਰ ਲਵਾਂਗੇ, ਅਸੀਂ ਜਿੱਤ ਜਾਵਾਂਗੇ। ਅਸੀਂ ਇਹ ਨਾਮੁਮਕਿਨ ਕਿਉਂਕਿ ਅੱਗੇ ਵੀ 18,000 ਤੋਂ ਖੁਸ਼ ਅਖਤਰ ਸਬਾਨੀ ਇਸ ਸੀਟ ਤੋਂ ਜਿੱਤਿਆ ਹੈ। ਇਨਸ਼ਾਅੱਲਾ ਐਤਕਾਂ ਵੀ ਉਸ ਤੋਂ ਜ਼ਿਆਦਾ ਜਿੱਦਾਂ ਨਜ਼ਰ ਆਉਂਦਾ ਕਿ ਜਿਹੜਾ ਤਾਹਰ ਹੁੰਦਲ ਸਾਹਿਬ ਨੇ ਉਹ ਦਿਲੋਂ ਸਪੋਰਟ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਹੜਾ ਉਹਨਾਂ ਨੂੰ ਲਾਲਚ ਦਿੱਤਾ ਗਿਆ ਹੈ।
ਜਾਂ ਸਈਦ ਭੱਲੀ ਨੂੰ ਜਿਹੜੇ ਪੈਸੇ ਨੇ, ਸਈਦ ਭੱਲੀ ਵੀ ਕੋਈ ਐਸੀ ਨਜ਼ਰ ਸਾਨੂੰ ਨਹੀਂ ਆਇਆ ਇਸ ਹਲਕੇ 'ਚ ਕਿ ਫਿਰ ਕੇ ਵੋਟ ਮੰਗਦਾ ਹੋਵੇ। ਆਰਜ਼ੀ ਤੌਰ ਤੇ ਜਨਾਬ ਲੋਕਾਂ ਨੂੰ ਮੰਗਿਆ ਜਾਂਦਾ, ਕਿਹਾ ਜਾਂਦਾ ਕਿ ਵੋਟ ਠੀਕ ਹੈ, ਦੇਣਾ ਦਿਓ, ਨਹੀਂ ਦੇਣਾ ਨਾ ਦਿਓ। ਠੀਕ ਹੈ, ਖਾਨ ਸਾਹਿਬ ਦਾ ਇਹ ਕਹਿਣਾ ਹੈ ਕਿ ਮੈਨੂੰ ਥੋੜਾ ਟਾਈਮ ਦਿਓ ਹੋਰ, ਜਿਹੜੀ ਹੈ ਨਾ ਮਹਿੰਗਾਈ ਹੈ ਉਸ ਦਾ ਵੀ ਸੱਦੇਬਾਬ ਕੀਤਾ ਜਾਏਗਾ। ਜੋ ਕੁਝ ਵੀ ਹੈ ਨਾ ਇਸ ਮੁਲਕ ਦੇ ਅੰਦਰ, ਮਤਲਬ ਜਿਹੜਾ ਗਰੀਬ ਆਦਮੀ ਜਿਹੜਾ ਤੰਗ ਹੈ ਉਹਨਾਂ ਵਾਸਤੇ ਅੱਛਾ ਸੱਦੇਬਾਬ ਕੀਤਾ ਜਾਏਗਾ। ਉਹ ਜੀ 3 ਸਾਲ ਤੇ ਹੋ ਗਏ ਨੇ ਉਹਨੂੰ, 3 ਸਾਲ ਹੋ ਗਏ ਨੇ ਘੁੰਮਤ ਕਰਦੇ ਆ। ਉਹ 3 ਸਾਲਾਂ 'ਚ ਨਹੀਂ ਕਰ ਸਕਿਆ ਤੇ ਅੱਗੇ 2 ਸਾਲਾਂ 'ਚ ਉਹ ਕੀ ਕਰੇਗਾ। ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਨੇ ਨਾ ਪਹਿਲਾਂ ਤੋਂ ਕਿੰਨੀਆਂ ਸਾਲਾਂ ਤੋਂ 72 ਸਾਲ ਤੋਂ ਜਿਹੜੇ ਲੋਕ ਹੁਕੂਮਤ ਕਰਦੇ ਰਹੇ ਨੇ, ਉਹਨਾਂ ਮੁਲਕ ਨੂੰ ਲੁੱਟਿਆ। ਉਹ ਮਤਲਬ ਕਹਿੰਦੇ 72 ਸਾਲ ਦਾ ਜਿਹੜਾ ਗੰਦ ਹੈ ਉਹ 3-4 ਸਾਲ ਦੇ ਅੰਦਰ ਤੇ ਖਤਮ ਨਹੀਂ ਨਾ ਹੋ ਸਕਦਾ। ਨਹੀਂ, ਉਹਨਾਂ ਲੁੱਟਿਆ ਨਹੀਂ, ਉਹਨਾਂ ਨੇ ਮੁਲਕ ਨੂੰ ਬਣਾਇਆ ਹੈ। ਮੇਰਾ ਮਕਸਦ ਹੈ ਕਿ ਪੀਪਲ ਪਾਰਟੀ ਆਈ ਹੈ ਤੇ ਉਹਦੇ ਦੌਰ 'ਚ ਵੀ 18 ਘੰਟੇ ਬਿਜਲੀ ਬੰਦ ਰਹੀ ਹੈ। ਨੂਨ ਲੀਗ ਆਈ ਹੈ, 3 ਵਾਰੀ ਉਹ ਵਜ਼ੀਰ ਆਜ਼ਮ ਰਿਹਾ, 3 ਵਾਰੀ ਉਹਨੇ ਕੰਮ ਕਰਾਇਆ ਤੇ ਉਹ ਵਜ਼ੀਰ ਆਜ਼ਮ ਬਣਦਾ ਰਿਹਾ ਨਾ ਦੁਬਾਰਾ ਫੇਰ। ਤੇ ਇਸ ਵਾਸਤੇ ਆ ਕੇ ਮੇਰਾ ਮਕਸਦ ਇਹ ਹੁਣ ਉਹਨੇ ਸੜਕਾਂ 'ਤੇ ਜਾਲ ਵਿਛਾ ਦਿੱਤੇ ਸਨ। ਮੋਟਰਵੇ ਸਾਡੇ ਸਿਆਲਕੋਟ ਤੋਂ ਲਾਹੌਰ ਪੌਣੇ ਘੰਟੇ 'ਚ ਅਸੀਂ ਇੱਥੋਂ ਲਾਹੌਰੋਂ ਸਿਆਲਕੋਟੋਂ ਲਾਹੌਰ ਪਹੁੰਚ ਜਾਂਦੇ ਹਾਂ ਰਿੰਗ ਰੋਡ 'ਤੇ। ਠੀਕ ਹੈ, ਸਾਨੂੰ ਕਿੰਨਾ ਤਹਫ਼ੁਜ਼ ਮਿਲਿਆ। ਏਅਰਪੋਰਟ ਸਾਡੀ ਬਣੀ ਹੈ, ਮੇਰਾ ਮਤਲਬ ਡਰਾਈ ਬੋਰਡ ਬਣਿਆ। ਚਲੋ ਕੁਝ ਸਾਡੇ ਤਾਜਰਾਂ ਨੇ ਹਿੰਮਤ ਕੀਤੀ, ਕੁਝ ਉਹਨੇ ਵੀ ਕੀਤੀ। ਇਹਨੇ ਸਾਡਾ ਕੀ ਕੀਤਾ ਅਜੇ ਤੱਕ? ਠੀਕ ਹੈ, ਮਤਲਬ ਤੁਹਾਡੇ ਕਹਿਣ ਦਾ ਮਕਸਦ ਹੈ ਵੇ ਕਿ ਨੂਨ ਲੀਗ ਦੀ ਜਿਹੜੀ ਹੁਕੂਮਤ ਸੀ ਉਹ ਬੈਸਟ ਰਹੀ ਸਭ ਤੋਂ। ਬਿਲਕੁਲ ਉਹ ਬੈਸਟ ਰਹੀ। ਅੱਛਾ, ਤੇ ਖਾਨ ਸਾਹਿਬ ਨੇ ਜਿਹੜੇ ਮਤਲਬ 2 ਸਾਲ ਹੀ ਉਹਨਾਂ ਦੇ ਬਾਕੀ ਨੇ, ਕਿਆ ਤੁਹਾਨੂੰ ਲੱਗਦਾ ਉਹ 2 ਸਾਲ ਦੇ ਅੰਦਰ ਕੋਈ ਤਬਦੀਲੀ, ਜਿਹਦਾ ਨਾਰਾ ਉਹਨਾਂ ਨੇ ਲਗਾਏ 2018 ਦੇ ਇਲੈਕਸ਼ਨ ਤੋਂ ਪਹਿਲਾਂ, ਕਿਆ ਉਹਦੇ 'ਚ ਕੋਈ ਤਬਦੀਲੀ ਲੈ ਆਣਗੇ? ਕੋਈ ਤਬਦੀਲੀ ਨਹੀਂ, ਮਹਿੰਗਾਈ ਦੀ ਤਬਦੀਲੀ ਹੈ ਹੋਰ ਇਹ ਦੁਬਾਜੇ ਦੀ। ਅੱਛਾ, ਖਾਨ ਸਾਹਿਬ ਨੇ ਜਿਹੜਾ ਕਿਹਾ ਸੀ, ਇੱਕ ਸਟੇਟਮੈਂਟ ਦਿੱਤੀ ਸੀ ਕਿ ਮੈਂ ਗਰੀਬ ਆਦਮੀ ਕੋਈ ਮੁਲਕ 'ਚ ਨਹੀਂ ਰਹੇਗਾ, ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ? ਉਹ ਠੀਕ ਉਹਨੇ ਕਿਹਾ ਕਿ ਕੋਈ ਗਰੀਬ ਰਹੇਗਾ ਹੀ ਨਾ, ਸਭ ਨੂੰ ਮਾਰ ਦਿਆਂਗਾ। ਨਹੀਂ, ਉਹਨਾਂ ਦਾ ਕਿਆ ਮਤਲਬ ਸੀ ਕਿ ਉਹਨਾਂ ਨੂੰ ਵੀ ਅਮੀਰ ਕਰ ਦਿੱਤਾ ਜਾਏਗਾ? ਨਹੀਂ ਜੀ, ਉਹ ਅਮੀਰ ਦੀ ਬਜਾਏ ਉਹ ਥੱਲੇ ਗਏ ਨੇ ਤੇ ਗਰੀਬ ਆਦਮੀ ਥੱਲੇ ਜਾ ਰਿਹਾ। ਅੱਛਾ ਚਲੋ, ਮੈਨੂੰ ਰੋਟੀ ਤੋਂ ਤੰਗ ਹੈ ਵਿਚਾਰਾ। ਮੇਰਾ ਮਕਸਦ ਕੀ ਕਰੇ, ਉਹ ਬਿੱਲ ਇੰਨਾ ਆਉਂਦਾ ਹੈ, ਬਿਜਲੀ ਆਉਂਦੀ ਨਹੀਂ, ਗੈਸ ਦਾ ਬਿੱਲ ਆਉਂਦਾ ਪਿਆ। ਜਿਹਦੇ ਕੋਲ 2-4 ਬੱਚੇ ਨੇ, ਇਕੱਲਾ ਮਜ਼ਦੂਰ ਖਾਣ ਵਾਲਾ ਕਮਾਉਣ ਵਾਲਾ, ਉਹਦਾ ਟਾਈਮ ਕਿਸ ਤਰ੍ਹਾਂ ਪਿਆ ਪਾਸ ਹੁੰਦਾ? ਉਹ ਖਾਨ ਸਾਹਿਬ ਨੂੰ ਕੀ ਪਤਾ, ਉਹ ਅਮੀਰ ਆਦਮੀ ਹੈ, ਉਹਨੂੰ ਕੀ ਲੱਗੇ। ਉਹ ਮੇਰਾ ਮਤਲਬ ਗਰੀਬ ਦਾ ਕੀ ਸਾਰ ਹੈ। ਅੱਛਾ ਚਲੋ, ਅਸੀਂ ਇਸ ਹਲਕੇ ਦੀ ਬਾਤ ਕਰਨੇ ਆ ਜਿਹਦਾ 28 ਤਰੀਕ ਨੂੰ ਇਲੈਕਸ਼ਨ ਹੈ। ਦੂਸਰੀ ਸਾਈਡ ਅਸੀਂ ਦੇਖਨੇ ਪਏ ਐਸਨ ਸਲੀਮ ਬਰਿਆਰ, ਉਹਨਾਂ ਦਾ ਕਹਿਣਾ ਕਿ ਇੱਕ ਯੰਗ ਫੇਸ ਹੈ, ਇਹ ਹਲਕੇ ਦੀ ਜਿਹੜੀ ਪ੍ਰੋਬਲਮਸ ਹੈ ਨਾ ਉਹਨਾਂ ਸਭ ਨੂੰ ਜਾਣੇਗਾ ਤੇ ਉਹਨਾਂ ਵਾਸਤੇ, ਲੋਕਾਂ ਵਾਸਤੇ ਅੱਛੇ ਕੰਮ ਕਰੇਗਾ, ਲੋਕਾਂ ਵਾਸਤੇ ਜ਼ਿਆਦਾ ਬੈਸਟ ਰਹੇਗਾ ਇਸ ਹਲਕੇ ਵਾਸਤੇ। ਤੁਸੀਂ ਕੀ ਕਹਿੰਦੇ ਹੋ ਇਸ ਸਟੇਟਮੈਂਟ? ਗੱਲ ਇਹ ਵੇ ਕਿ ਉਹ ਵੀ ਨਵਾਂ ਆਉਂਦਿਆ ਬੱਚਾ ਆਈਏ, ਉਹਨੂੰ ਇਹ ਤਜਰਬਾ ਨਹੀਂ। ਇਹ ਜਿਹੜਾ ਵੇ ਇਹ ਵੀ ਯੰਗ ਹੈ, ਤਾਰਕ ਸੁਭਾਨੀ ਜਿਹੜਾ ਉਹ ਵੀ ਯੰਗ ਹੈ, ਲੇਕਿਨ ਇਹਨੂੰ ਫਿਰ ਵੀ ਤਜਰਬਾ, ਅੱਗੇ MPA ਰਹਿ ਚੁੱਕਿਆ। ਠੀਕ ਹੈ, ਇਹ ਸਾਡੇ ਹਲਕੇ ਦਾ ਅੱਗੇ MPA ਰਹਿ ਚੁੱਕਿਆ ਵੇ। ਇਹ ਇਨਸ਼ਾਅੱਲਾ ਇਹਨੇ ਹੱਥਕਾਂ ਵੀ MPA ਬਣ ਜਾਣਾ। ਅੱਛਾ, ਪਹਿਲਾਂ 2018 ਦੇ ਅੰਦਰ 17,000 ਤਕਰੀਬਨ 17,000 ਦੀ ਲੀਡ ਤੋਂ ਨੂਨ ਲੀਗ ਜਿੱਤੀ ਸੀ। ਹੁਣ ਤੁਹਾਨੂੰ ਕੀ ਲੱਗਦਾ ਕਿ ਕਿਤਨੀ ਲੀਡ ਤੋਂ ਜਿੱਤੇਗੀ, ਕਿਤਨੀ ਕੁ ਲੀਡ ਹੋਏਗੀ ਜਾਂ ਕੀ ਹਿਸਾਬ ਹੋਏਗਾ? ਇਨਸ਼ਾਅੱਲਾ ਹੋ ਸਕਦਾ ਹੈ ਐਤਕਾਂ ਅੱਗੇ ਨਾਲੋਂ ਵੀ ਜ਼ਿਆਦਾ ਲੀਡ ਲੈ ਕੇ ਜਿੱਤੇ, ਅੱਗੇ ਨਾਲੋਂ ਜ਼ਿਆਦਾ ਹੋ ਜਾਏਗੀ, ਜ਼ਿਆਦਾ ਹੋਏਗੀ। ਲੇਕਿਨ ਅਸੀਂ ਦੂਜੀ ਸਾਈਡ ਤੇ ਦੇਖਦੇ ਪਏ ਤਾਹਰ ਹੁੰਦਲ ਸਾਹਿਬ, ਉਹਨਾਂ ਨੇ ਵੀ ਇਲਹਾਕ ਕਰ ਦਿੱਤਾ ਹੈ PTI ਦੇ ਨਾਲ। ਸਈਦ ਅਹਿਮਦ ਬੱਲੀ ਸਾਹਿਬ ਨੇ ਉਹ ਵੀ, ਤੇ ਮਤਲਬ ਉਹਨਾਂ ਦਾ ਤੇ ਇੱਕ ਗਰੁੱਪ ਬਣ ਗਿਆ। ਕਿਆ ਗਰੁੱਪ ਦਾ ਮੁਕਾਬਲਾ ਕਰ ਸਕਣਗੇ? ਬਿਲਕੁਲ ਜ਼ਰੂਰ ਕਰਨ ਦੇ, ਇਹਨਾਂ ਨੂੰ ਕੋਈ ਗਰੁੱਪ ਦੀ ਪਰੇਸ਼ਾਨੀ ਨਹੀਂ। ਹਾਂ, ਕੋਈ ਗਰੁੱਪ ਦੀ ਪਰੇਸ਼ਾਨੀ ਨਹੀਂ। PTI ਦਾ ਇਹ ਕਹਿਣਾ ਕਿ ਅਸੀਂ ਨਾ ਇਹ ਜਿਹੜਾ ਹਲਕਾ ਹੈ ਇਲੈਕਸ਼ਨ ਦੇ ਜ਼ਰੀਏ ਅਸੀਂ ਇਹਨਾਂ ਕੋਲ ਹੁਣ ਹਲਕਾ ਜਿੱਤ ਜਾਵਾਂਗੇ, ਅਸੀਂ ਵਿਨ ਕਰ ਜਾਵਾਂਗੇ। ਉਹ ਤੇ ਬੜੇ ਪੁਰ ਉਮੀਦ ਨੇ। ਬੇਸ਼ੱਕ ਪਏ ਉਹ ਆਪਣੇ ਥਾਂ ਪੁਰ ਉਮੀਦ ਨੇ, ਅਸੀਂ ਇਹ ਆਪਣੇ ਥਾਂ ਪੁਰ ਉਮੀਦ ਨੇ। ਅਸੀਂ ਇਹ ਵੇਖਦੇ ਹਾਂ ਪਏ ਜਲਸੇ, ਜਿੰਨੇ ਕੁ ਇਹਨਾਂ ਦੇ ਜਲਸਿਆਂ 'ਚ ਲੋਕ ਆਉਂਦੇ ਨੇ। ਸਾਡੇ ਇੱਥੇ ਆ 5-4 ਪਿੰਡ ਨੇ ਬੜੇ ਵੱਡੇ ਨੇ, ਤੇ ਇਹਨਾਂ ਦੇ ਵਿੱਚ ਆਪਣਾ ਨੂਨ ਦਾ ਜ਼ੋਰ ਹੈ। ਨਹੀਂ, ਅਸੀਂ ਕੁਝ ਵੀਡੀਓਜ਼ ਨੇ ਜਿਹੜੀਆਂ ਇੰਟਰਨੈਟ ਤੇ ਮੌਜੂਦ ਨੇ, ਅਸੀਂ ਦੇਖਨੇ ਉਹਨਾਂ ਤੇ ਉਹ ਕੰਪੇਨ ਜਿਹੜੇ ਕਰਦੇ ਪਏ ਨੇ ਉਹ ਸਾਨੂੰ ਦਿਖਾਈ ਦੇ ਰਹੇ ਨੇ। ਅੱਛਾ, ਓਵਰਆਲ ਮੈਨੂੰ ਇਹ ਬਾਤ ਦੱਸਿਆ ਜੇ ਕਿ ਤੁਹਾਡਾ ਇਹ ਜਿਹੜਾ ਹਲਕਾ ਹੈ, ਇਸ ਹਲਕੇ ਦੇ ਅੰਦਰ ਅਸੀਂ ਦੇਖਨੇ ਪਏ ਆ ਨੂਨ ਲੀਗ ਕਾਫੀ ਦੇਰ ਤੋਂ ਹੁਕੂਮਤ ਕਰਦੀ ਆ ਰਹੀ ਹੈ, ਵਿਨ ਕਰਦੀ ਹੈ ਇਲੈਕਸ਼ਨ। ਸਿਆਲਕੋਟ ਹੋ ਗਿਆ, ਡਸਕਾ ਹੋ ਗਿਆ, ਪਸਰੂਰ ਹੈ, ਇੱਥੋਂ ਨੂਨ ਲੀਗ ਨੂੰ ਹੀ ਕਿਉਂ ਲੋਕ ਜ਼ਿਆਦਾ ਸਿਲੈਕਟ ਕਰਦੇ ਨੇ? ਕਿਉਂਕਿ ਨੂਨ ਲੀਗ ਜਿਹੜੀ ਹੈ ਨਾ ਉਹਨੇ ਬਹੁਤ ਅੱਛੇ ਕੰਮ ਕੀਤੇ ਨੇ। ਜਿਹੜੇ ਗੈਸ ਜੋ ਜ਼ਰੂਰੀਆਤ ਨੇ, ਮਹਿੰਗਾਈ ਹਰ ਚੀਜ਼ ਕੰਟਰੋਲ ਆਈ ਹੈ। ਕਿ ਜਿਹੜਾ ਖਾਨ ਸਾਹਿਬ ਕਹਿੰਦੇ ਨੇ ਕਿ ਜੀ ਉਹਨਾਂ ਡਾਲਰ ਵੀ ਡੱਕਿਆ, ਵੇਖੋ ਡਾਲਰ ਮਹਿੰਗਾ ਹੋ ਗਿਆ, ਹਰ ਚੀਜ਼ ਮਹਿੰਗੀ ਹੋ ਗਈ ਹੈ, ਗਰੀਬ ਦਾ ਜੀਣਾ ਹਰਾਮ ਹੋ ਗਿਆ। ਇਸ ਵਾਸਤੇ ਅੱਗੇ ਵੀ ਲੋਕੀ ਇੱਥੇ ਸਿਆਲਕੋਟ 'ਚ ਅਕਸਰੀਅਤ ਨਾਲ ਨੂਨ ਪਸੰਦ ਕੀਤਾ ਜਾਂਦਾ ਹੈ। PTI ਦਾ ਇੱਥੇ ਨਾਮੋ ਨਿਸ਼ਾਨ ਨਹੀਂ ਹੈ, ਤੇ ਚੰਦ ਦਿਨਾਂ ਦੇ ਮਹਿਮਾਨ ਨੇ।
ਤੇ ਇਨਸ਼ਾਅੱਲਾ ਪਤਾ ਲੱਗ ਜਾਏਗਾ 28 ਤਰੀਕ ਨੂੰ ਕਿ ਸ਼ੇਰ ਇਨਸ਼ਾਅੱਲਾ ਜਿੱਤੇਗਾ। ठीक है। अच्छा आखिरी बात में नया बात दस दो क्योंकि हुण 2 साल रह गए ने PTI की हुकूमत नूं होर 3 साल मुकम्मल, क्या जिहड़े अगले 2 साल ने तुहानूं लगदा है उहदे अंदर खान साहब ने जिहड़ा तब्दीली का एक नारा लाया सी, क्या तब्दीली कुछ लैके आउणगे आवाम वास्ते कोई रिलीफ करनगे? ਅਸੀਂ ਉਮੀਦ ਨਹੀਂ ਰੱਖਦੇ ਕਿ ਉਹ ਆਵਾਮ ਵਾਸਤੇ ਕਰਾਂਗੇ ਕਿਉਂਕਿ ਨਜ਼ਰ ਨਹੀਂ ਆ ਰਿਹਾ ਦਿਨ ਬ ਦਿਨ ਮਹਿੰਗਾਈ ਜਿਹੜੀ ਇਹਨੇ ਡਬਲ ਹੋ ਰਹੀ ਹੈ, ਕਰਜ਼ਾ ਡਬਲ ਹੋ ਰਿਹਾ। ਕਿਹੜੀ ਐਸੀ ਚੀਜ਼ ਹੈ ਜਿਹੜੀ ਨਜ਼ਰ ਆਏ ਕਿ ਠੀਕ ਹੈ ਜੀ ਇਮਰਾਨ ਖਾਨ ਸਾਹਿਬ ਕਿ ਇਹ ਚੀਜ਼ ਜਿਹੜੀ ਰਿਆਤ ਕਰਨਗੇ ਜਾਂ ਗਰੀਬ ਵਾਸਤੇ ਕੋਈ ਫਾਇਦਾ ਕਰਨਗੇ? ਕੋਈ 3 ਸਾਲਾਂ 'ਚ ਨਹੀਂ ਹੋਇਆ ਤਾਂ 2 ਸਾਲਾਂ 'ਚ ਕੀ ਹੋ ਜਾਏਗਾ? ਇਹੋ ਹੀ सूरत हाल रहनी है। ठीक है, बहुत शुक्रिया। जी हाँ नाजरीन, ये थे हमारे साथ एक मोहतरम जो नून लीग को सपोर्ट करते हैं, वो अपने ख्यालात का इजहार कर रहे थे। अब फैसला 28 तारीख को होगा कि इस हल्का में कौन सी सियासी जमात विन करती है। कैमरामैन हमादुर रहमान के साथ असदुर रहमान को इजाज़त दीजिए। अल्लाह हाफिज़।